ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਅੱਜ ਇੱਕ ਕੌਮਾਂਤਰੀ ਪੱਧਰ 'ਤੇ ਗੈਂਗਸਟਰ ਖਾਲਿਸਤਾਨੀ ਜਿਸ ਦਾ ਕਿ ਸਿੱਧੂ ਮੂਸੇਵਾਲੇ ਦੀ ਕਤਲ ਦੀ ਕਾਂਸਪੀਰੇਸੀ ਵਿੱਚ ਹੱਥ ਹੈ ਅਤੇ ਅਮਰੀਕਾ ਵਿੱਚ ਰਹਿੰਦਾ ਹੈ, ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਉਸ ਦਾ ਨਾਂ ਹੈ ਧਰਮਜੋਤ ਸਿੰਘ ਕਾਹਲੋਂ। ਧਰਮਜੋਤ ਸਿੰਘ ਕਾਹਲੋਂ ਉੱਪਰ ਦੋਸ਼ ਹੈ ਕਿ ਇਸ ਨੇ ਸਿੱਧੂ ਮੂਸੇਵਾਲੇ ਨੂੰ ਜੋ ਸ਼ੂਟਰ ਮਾਰਨ ਗਏ ਸੀ ਉਹਨਾਂ ਨੂੰ ਇਸ ਨੇ ਹਥਿਆਰ ਸਪਲਾਈ ਕੀਤੇ ਸੀ ਇੰਡੀਆ 'ਚ, ਯਾਨੀ ਅਰੇਂਜ ਕਰਕੇ ਦਿੱਤੇ ਸੀ। ਇਹ ਜੋ ਮੁੱਦਾ ਹੁਣ ਮੁੜ ਸਾਹਮਣੇ ਆਇਆ ਇਸ ਕਰਕੇ ਇੰਪੋਰਟੈਂਟ ਹੈ ਕਿ ਜੋ 11-12 ਦਸੰਬਰ ਨੂੰ ਇੰਡੀਆ ਵਿੱਚ ਯਾਨੀ ਨਿਊ ਦਿੱਲੀ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜੋ ਹਿੰਦੁਸਤਾਨ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਹੈ, ਉਸ ਦੇ ਮੁਖੀ ਦਿਨਕਰ ਗੁਪਤਾ ਅਤੇ ਉਸ ਦੇ ਨਾਲ ਮੀਟਿੰਗ ਹੋ ਰਹੀ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FID ਦੇ ਚੀਫ ਕ੍ਰਿਸਟੋਫਰ ਵਰੇ ਦੀ। ਤੁਸੀਂ ਇਹ ਦੇਖੋ ਕਿ ਭਾਰਤ ਇਸ ਮੀਟਿੰਗ ਵਿੱਚ ਸਿੱਧੂ ਮੂਸੇਵਾਲੇ ਦਾ ਕੇਸ ਅਮਰੀਕਾ ਦੇ ਸਾਹਮਣੇ ਰੱਖੇਗਾ ਕਿ ਸਾਨੂੰ ਜੋ ਹੈ ਕਾਹਲੋਂ ਦੀ ਇਹਨਾਂ ਕੇਸਾਂ ਵਿੱਚ ਚਾਹੀਦਾ। ਕਾਹਲੋਂ ਤੁਹਾਨੂੰ ਇੱਥੇ ਜਾਣਕਾਰੀ ਦਈਏ ਕਿ ਸੈਨ ਫਰਾਂਸਿਸਕੋ ਵਿੱਚ ਜੋ ਹਮਲਾ ਹੋਇਆ ਸੀ ਕੌਂਸੂਲੇਟ ਆਫ ਇੰਡੀਆ ਵਿੱਚ, ਉਸ ਦੀ ਭੰਨ ਤੋੜ ਵਿੱਚ ਵੀ ਸ਼ਾਮਲ ਸੀ। ਇਹ ਉਦੋਂ ਹੋਇਆ ਸੀ ਜਦੋਂ ਅੰਮ੍ਰਿਤਪਾਲ ਸਿੰਘ ਨੇ ਸਰੈਂਡਰ ਕੀਤਾ ਮੋਗੇ ਵਿੱਚ, ਤਾਂ ਉਸ ਦੇ ਰਿਐਕਸ਼ਨ ਵਜੋਂ ਇਹਨਾਂ ਨੇ ਉੱਥੇ ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ ਵਿੱਚ ਭੰਨ ਤੋੜ ਕੀਤੀ ਗਈ। ਸੋ ਦੂਸਰਾ ਜੋ ਇੰਟਰਨੈਸ਼ਨਲ ਖਾਲਿਸਤਾਨੀ ਦੋਸ਼ੀ ਹੈ ਜਿਸ ਨੂੰ ਭਾਰਤ ਨੇ ਇੱਕ ਟੈਰਰਿਸਟ ਵੀ ਡਿਕਲੇਅਰ ਕੀਤਾ ਹੋਇਆ ਔਰ ਉਸ ਦੀ ਨਾਂ ਹੈ ਗੁਰਪਤਵੰਤ ਸਿੰਘ ਪੰਨੂ, ਜੋ ਕਿ ਸਿੱਖ ਫਾਰ ਜਸਟਿਸ ਦਾ ਮੁਖੀ ਹੈ। ਉਸ ਉੱਪਰ ਭਾਰਤ ਵਿੱਚ ਕਈ ਕੇਸ ਦਰਜ ਹਨ। ਉਹਨਾਂ ਕੇਸਾਂ ਦੇ ਜੋ ਅਪਰਾਧਕ ਹਿੱਸੇ ਹਨ ਉਹਨਾਂ ਲਈ ਜੋ ਭਾਰਤ ਦੀ ਸਭ ਤੋਂ ਉੱਚੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜੋ ਕੇਸ ਤਿਆਰ ਕੀਤੇ ਹਨ, ਉਹ ਸਾਰੀਆਂ ਘਟਨਾਵਾਂ ਦੇ ਤੱਥਾਂ ਸਮੇਤ ਕੇਸ ਜਿਹੜੇ ਉਹ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਯਾਨੀ ਕ੍ਰਿਸਟੋਫਰ ਦੇ ਸਾਹਮਣੇ ਰੱਖੇ ਜਾਣਗੇ। ਔਰ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਮੰਗ ਕਰੇਗਾ ਕਿ ਇਹਨਾਂ ਦੋ ਅਪਰਾਧੀਆਂ ਨੂੰ, ਜਿਹੜੇ ਵੱਖਵਾਦੀ ਵੀ ਹਨ ਅਤੇ ਖਾਲਿਸਤਾਨੀ ਵੀ ਹਨ ਔਰ ਜਿਨ੍ਹਾਂ ਦੇ ਕਤਲਾਂ ਵਿੱਚ ਨਾਂ ਹਨ, ਦੋਸ਼ ਲੱਗੇ ਹੋਏ ਹਨ, ਉਹਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ। ਪਰ ਇਹ ਮੀਟਿੰਗ ਜੋ ਹੋ ਰਹੀ ਹੈ ਉਹ ਬਿਲਕੁਲ ਇਸ ਤੋਂ ਉਲਟ ਕਾਰਨਾਂ ਕਰਕੇ ਹੋ ਰਹੀ ਹੈ। ਅਮਰੀਕਾ ਨੇ ਭਾਰਤ 'ਤੇ ਦੋਸ਼ ਲਾਇਆ ਕਿ ਗੁਰਪਤਵੰਤ ਸਿੰਘ ਪੰਨੂ ਉੱਪਰ ਭਾਰਤ ਦੇ ਕੁਝ ਜ਼ਿੰਮੇਵਾਰ ਅਧਿਕਾਰੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਗੁਪਤਾ, ਜੋ ਕਿ ਜਿਸ ਨੂੰ ਕਿ ਚੇਜ਼ ਰਿਪਬਲਿਕ ਵਿੱਚ ਅਰੈਸਟ ਕੀਤਾ ਗਿਆ, ਉਸ ਨੂੰ ਫਰੋਤੀ ਦਿੱਤੀ ਗਈ, ਯਾਨੀ ਉਹਨੂੰ ਸੁਪਾਰੀ ਦਿੱਤੀ ਗਈ ਕਿ ਵੀ ਉਹ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ, ਕਤਲ ਕਰਨ ਲਈ ਕੋਈ ਉੱਥੋਂ ਅਪਰਾਧੀ ਲੱਭੇਗਾ ਅਤੇ ਉਹ ਉਸ ਦੇ ਕਤਲ ਨੂੰ ਅੰਜਾਮ ਦੇਣਗੇ। ਗੁਰਪਤਵੰਤ ਸਿੰਘ ਪੰਨੂ ਨਿਊਯਾਰਕ ਵਿੱਚ ਰਹਿੰਦਾ ਹੈ ਔਰ ਉਸ ਦੀ 2 ਮੁਲਕਾਂ ਦਾ ਸਿਟੀਜ਼ਨ ਹੈ, ਅਮਰੀਕਾ ਦਾ ਵੀ ਅਤੇ ਕੈਨੇਡਾ ਦਾ ਵੀ।
ਸੋ ਨਿਖਿਲ ਗੁਪਤੇ ਨਾਲ ਜੋ ਇੱਕ ਉਸਨੇ ਮੋਬਾਈਲ ਤੇ ਵੀਡੀਓ ਕਾਨਫਰੰਸਿੰਗ ਕੀਤੀ ਅਤੇ ਉਸਨੇ ਜੋ ਵੀਡੀਓ ਤੋਂ ਅੱਗੇ ਜਿਨ੍ਹਾਂ ਨੂੰ ਸੁਪਾਰੀ ਦੇਣੀ ਸੀ ਉਹਨਾਂ ਨੂੰ ਦਿਖਾਈ। ਉਹ ਵੀਡੀਓ ਵੀ ਜੋ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਹੈ ਉਹਨਾਂ ਅਧਿਕਾਰੀਆਂ ਦੇ ਹੱਥ 'ਚ ਆ ਗਈ ਅਤੇ ਨਿਖਿਲ ਗੁਪਤਾ ਜੋ ਕਿ 52 ਸਾਲ ਦੇ ਦੱਸੇ ਜਾਂਦੇ ਹਨ, ਉਹਨਾਂ ਨੂੰ ਚੇਜ਼ ਰਿਪਬਲਿਕ ਵਿੱਚ USA ਨੇ ਅਰੈਸਟ ਕਰਵਾ ਦਿੱਤਾ ਸੀ। ਉਹ ਫਾਲੋ ਕਰ ਰਹੇ ਸੀ ਉਹਨੂੰ, ਔਰ ਉਸ ਦੇ ਅਰੈਸਟ ਤੋਂ ਬਾਅਦ ਉਹਨੂੰ ਹਾਈ ਸਿਕਿਉਰਿਟੀ ਜੇਲ੍ਹ 'ਚੋਂ ਕੱਢ ਕੇ ਅਮਰੀਕਾ ਦੀ ਜੋ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਹੈ ਉਸ ਦੇ ਅਧਿਕਾਰੀਆਂ ਨੇ ਆਪਣੇ ਹੱਥ ਵਿੱਚ ਲੈ ਰਹੇ। ਹੁਣ ਇਹ ਜਿਹੜੀ 11-12 ਦੀ ਜੋ ਮੀਟਿੰਗ ਦਿੱਲੀ ਵਿੱਚ ਹੋਣੀਆਂ 2 ਦਿਨ, ਇਹਨਾਂ ਦੀ ਬਹੁਤ ਅਹਿਮੀਅਤ ਹੈ। ਇੰਟਰਨੈਸ਼ਨਲ ਲੈਵਲ 'ਤੇ ਵੀ ਸਾਨੂੰ ਸਮਝਣੀ ਚਾਹੀਦੀ ਹੈ। ਇਹਦੀ ਇਸ ਕਰਕੇ ਸਿਗਨੀਫੀਕੈਂਸ ਹੈ ਕਿ ਅਮਰੀਕਾ ਨੂੰ ਇਸ ਗੱਲ 'ਤੇ ਬੜਾ ਇਤਰਾਜ਼ ਹੈ ਕਿ ਉਸ ਦੀ ਧਰਤੀ ਉੱਪਰ ਉਸਦੇ ਕਿਸੇ ਸਿਟੀਜ਼ਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾਏ ਅਤੇ ਉਹ ਭਾਰਤ ਦੇ ਕੁਝ ਅਧਿਕਾਰੀਆਂ ਵੱਲੋਂ ਹੋਵੇ ਅਤੇ ਉਸ ਨੂੰ ਕਤਲ ਕਰਨ ਦੀ ਜੋ ਸੁਪਾਰੀ ਦਿੱਤੀ ਗਈ, ਉਹਨਾਂ ਦੇ ਕਿੰਨੇ ਡਾਲਰ ਦਿੱਤੇ ਗਏ, ਉਹਦਾ ਐਡਵਾਂਸ ਵੀ ਦਿੱਤਾ ਗਿਆ, ਉਹ ਸਾਰਾ ਕੁਝ USA ਦੀ ਏਜੰਸੀ ਦੇ ਹੱਥ ਵਿੱਚ ਹੈ। ਸੋ ਇਹ ਜੋ ਇਤਨੇ ਵੱਡੇ ਪੱਧਰ 'ਤੇ ਕਿ ਫੈਡਰਲ ਪ੍ਰੋਸੀਕਿਊਟਰ ਜੋ ਹਨ USA ਦੇ, ਉਹਨਾਂ ਨੇ ਦੋਸ਼ ਲਾਇਆ ਕਿ ਭਾਰਤ ਦਾ ਇੱਕ ਵੱਡਾ ਅਧਿਕਾਰੀ ਗੁਰਪਤਵੰਤ ਸਿੰਘ ਪੰਨੂ ਜੋ USA ਦਾ ਸਿਟੀਜ਼ਨ ਹੈ, ਉਸ ਨੂੰ ਕਤਲ ਕਰਵਾਉਣ ਦੇ ਪਿੱਛੇ, ਅੰਜਾਮ ਦੇਣ ਦੇ ਪਿੱਛੇ ਉਸ ਦਾ ਹੱਥ ਸੀ। ਪਰ ਉਹ ਜੋ ਸਾਰਾ ਯਤਨ ਸੀ ਉਸ ਨੂੰ ਨਿਸਫਲ ਕਰਤਾ ਗਿਆ, ਨਾਕਾਮ ਕਰ ਦਿੱਤਾ ਗਿਆ। ਹੁਣ ਇਹ ਜਿਹੜੀ ਮੀਟਿੰਗ ਹੋ ਰਹੀ ਹੈ, ਇਸ ਮੀਟਿੰਗ ਬਾਰੇ ਮੈਂ ਤੁਹਾਨੂੰ ਦੱਸਦਾ। ਇਹਦੇ ਵਿੱਚ 3 ਬੜੇ ਇੰਪੋਰਟੈਂਟ ਜੋ ਇਸ਼ੂ ਡਿਸਕਸ ਹੋਣੇ, ਔਰ ਇਹ ਜਿਹੜੇ ਇਸ਼ੂ ਇਹ ਦੁਨੀਆ ਭਰ ਵਿੱਚ ਸਿੱਖਾਂ ਨੂੰ ਬੜੀ ਦਿਲਚਸਪੀ ਰੱਖਦੇ ਹਨ। ਉਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਖਾਲਿਸਤਾਨ ਦੇ ਟੈਰਰਿਸਟਾਂ ਬਾਰੇ ਔਰ ਗੈਂਗਸਟਰ ਜਿਹੜੇ ਨੈਕਸਸ ਹੈ ਜਿਨ੍ਹਾਂ ਦਾ ਖਾਲਿਸਤਾਨੀਆਂ ਨਾਲ, ਇਹ ਭਾਰਤ ਦੇ ਸਾਰੇ ਤਿਆਰ ਕੀਤੇ ਹੋਏ ਜੋ ਡਾਕੂਮੈਂਟ ਹਨ ਉਹਨਾਂ ਵਿੱਚੋਂ ਇਹ ਗੱਲਾਂ ਪਤਾ ਲੱਗਦੀਆਂ। ਉਹਨਾਂ ਬਾਰੇ ਫਿਰ ਪਾਕਿਸਤਾਨ ਸਪਾਂਸਰਡ ਜੋ ਟੈਰਰਿਜ਼ਮ ਹੈ ਜਿਹੜਾ ਕਿ ਜੰਮੂ ਕਸ਼ਮੀਰ ਵਿੱਚ ਹੈ, ਉਹ ਵੀ ਇਸ ਦੌਰਾਨ ਵੱਖ-ਵੱਖ ਮੀਟਿੰਗਾਂ ਵਿੱਚ ਡਿਸਕਸ ਹੋਏਗਾ। ਔਰ ਇਹ ਮੈਂ ਦੱਸ ਦਿਆਂ ਤੁਹਾਨੂੰ ਕਿ 2017 ਤੋਂ ਬਾਅਦ ਇਹ ਪਹਿਲੀ ਹੈਗੀ ਹੈ ਮੀਟਿੰਗ ਜਿਹਦੇ ਵਿੱਚ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਡਾਇਰੈਕਟਰ 12 ਸਾਲ ਬਾਅਦ ਕ੍ਰਿਸਟੋਫਰ ਰੇ ਭਾਰਤ ਵਿੱਚ ਆਇਆ ਔਰ ਇਹਦੀਆਂ ਮੀਟਿੰਗਾਂ ਹੋ ਰਹੀਆਂ। ਇਹ ਇਸ ਕਰਕੇ ਭਾਰਤ ਵਿੱਚ ਆਇਆ ਕਿਉਂਕਿ USA ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਕਿ ਉਹਨਾਂ ਦੇ CIA ਦੇ ਮੁਖੀ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ, ਉਹਨਾਂ ਦਾ ਫਾਰਨ ਮਿਨਿਸਟਰ, ਉਹਨਾਂ ਦਾ ਇੰਟੀਰੀਅਰ ਮਿਨਿਸਟਰ, ਉਹਨਾਂ ਦੀ ਉੱਥੋਂ ਦੀ USA ਦੀ ਵਾਈਸ ਪ੍ਰੈਜ਼ੀਡੈਂਟ ਅਤੇ ਹੋਰ ਸੰਬੰਧਿਤ ਅਧਿਕਾਰੀ ਜੋ ਸ਼ਾਮਲ ਹੋਏ ਸੀ ਉਸ ਮੀਟਿੰਗ ਦੀ, ਜੋ ਚੇਅਰ ਕੀਤਾ ਸੀ ਉਹ ਜੀਓ ਬਾਈਡਨ ਨੇ ਕੀਤਾ ਸੀ ਅਤੇ ਉਸ ਦੀ ਮੀਟਿੰਗ ਵਾਈਟ ਹਾਊਸ ਵਿੱਚ ਹੋਈ ਸੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ। ਤੁਸੀਂ ਇਸ ਕਰਕੇ ਕਿ USA ਇਸ ਬਾਰੇ ਬੜਾ ਚਿੰਤਕ ਹੈ ਅਤੇ ਉਸਨੇ ਆਪਣੀ ਬੜਾ ਕੰਸਰਨ ਸ਼ੋਅ ਕੀਤਾ ਕਿ ਕਿਸੇ ਮੁਲਕ ਨੇ ਇੱਕ ਸਾਜ਼ਿਸ਼ ਰੱਖ ਕੇ ਉਹਨਾਂ ਦੇ ਇੱਕ ਸਿਟੀਜ਼ਨ ਨੂੰ ਕਤਲ ਕਰਨ ਦੀ ਜੋ ਨਾਕਾਮ ਕੋਸ਼ਿਸ਼ ਕੀਤੀ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਔਰ ਇਹ ਪਹਿਲੀ ਵਾਰੀ ਹੋਇਆ ਕਿ ਇਹ ਜਿਹੜੀ ਸਾਰੀ ਸਾਜ਼ਿਸ਼ ਬੇਨਕਾਬ ਹੋਈ। ਉਹ ਤੇ ਪਿੱਛੇ ਹੁਣ ਉੱਥੋਂ ਦੇ ਪ੍ਰੈਜ਼ੀਡੈਂਟ ਜੀਓ ਬਾਈਡਨ ਨੇ ਭਾਰਤ ਵਿੱਚ ਬਹੁਤ ਵੱਡਾ ਜੋ ਕਾਫਲਾ ਭੇਜਿਆ। ਉਹ 11-12 2 ਦਿਨ ਭਾਰਤ ਦੀਆਂ ਬੜੀਆਂ
ਉੱਚ ਪੱਧਰੀ ਮੀਟਿੰਗਾਂ ਹੋਣਗੀਆਂ ਜਿੱਥੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਮੁਖੀ ਦਿਨਕਰ ਗੁਪਤਾ ਬਾਰੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ। ਦਿਨਕਰ ਗੁਪਤਾ ਪੰਜਾਬ ਦੇ DGP ਵੀ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਅਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹ ਚੀਫ ਸੈਕਟਰੀ ਪੰਜਾਬ ਵੀ ਰਹੀ ਹੈ। ਔਰ ਇਹ ਦੋਨੋਂ ਜੋ ਮੀਆਂ ਬੀਬੀ ਹਨ ਇਹ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਨੇੜਤਾ ਸੀ ਉਹਨਾਂ ਨਾਲ, ਅਤੇ ਉਹ ਕਈ ਕੈਪਟਨ ਅਮਰਿੰਦਰ ਸਿੰਘ ਦੇ ਜੋ ਰਿਸ਼ਤੇ ਕੌਮਾਂਤਰੀ ਪੱਧਰ 'ਤੇ ਜੋ ਭਾਰਤ ਨੂੰ ਨਾ ਮਨਜ਼ੂਰ ਹਨ ਉਹਨਾਂ ਰਿਸ਼ਤਿਆਂ ਨਾਲ ਵੀ ਇਹਨਾਂ ਦੀ ਸਾਂਝ ਸੀਗੀ। ਸੋ ਹੁਣ ਇੱਥੇ ਇਹ ਗੱਲ ਦੱਸਣੀ ਹੈ ਕਿ ਇਤਨਾ ਐਵੀਡੈਂਸ ਇਕੱਠਾ ਕੀਤਾ ਗਿਆ, ਔਰ ਇਹ ਪਹਿਲੀ ਵਾਰੀ ਹੋਏਗਾ ਕਿ ਭਾਰਤ ਉਹ ਸਾਰਾ ਐਵੀਡੈਂਸ ਗੁਰਪਤਵੰਤ ਸਿੰਘ ਪੰਨੂ ਅਤੇ ਕਾਲੋਂ ਬਾਰੇ ਜੋ ਸਿੱਧੂ ਮੂਸੇਵਾਲੇ ਦਾ ਕਾਤਲ ਹੈ ਉਹ ਦੇਗਾ ਅਮਰੀਕਾ ਦੇ ਹਵਾਲੇ ਕਰੇਗਾ, ਅਤੇ ਅਮਰੀਕਾ ਵੀ ਆਪਣੀਆਂ ਇਸ ਗੁਰਪਤਵੰਤ ਸਿੰਘ ਪੰਨੂ ਉੱਪਰ ਹਮਲੇ ਦੀ ਨਾਕਾਮ ਕੋਸ਼ਿਸ਼ ਦੇ ਇਨਵੈਸਟੀਗੇਸ਼ਨ ਦੀਆਂ ਸਾਰੀਆਂ ਡਾਟਾ ਫਾਈਲਾਂ ਡਾਕੂਮੈਂਟਸ ਭਾਰਤ ਸਰਕਾਰ ਨੂੰ ਦੇ ਕੇ ਦੱਸੇਗਾ ਕਿ ਵੀ ਇਹ ਕਿਵੇਂ ਹੋ ਰਿਹਾ ਸੀ, ਤੁਹਾਡੇ ਕਿਹੜੇ ਜਿਹੜੇ ਅਫਸਰ ਅਧਿਕਾਰੀ ਇਨਵੋਲਵਡ ਹਨ। ਹੋ ਸਕਦਾ ਕਿ ਉਹ ਬੜੇ ਸਪਸ਼ਟ ਰੂਪ ਵਿੱਚ ਪਿੰਨ ਪੁਆਇੰਟ ਕਰਕੇ ਵੀ ਦੱਸਣ, ਅਤੇ ਉਹ ਵੀਡੀਓ ਵੀ ਸਾਂਝੀਆਂ ਕਰਨ ਜਿਹੜੀਆਂ ਵੀਡੀਓ ਨਿਖਿਲ ਗੁਪਤਾ ਨੇ ਤੋਂ ਉਹਨਾਂ ਦੇ ਵੀਡੀਓ ਵਿੱਚੋਂ ਉਹਦੇ ਮੋਬਾਈਲ ਵਿੱਚੋਂ ਰਿਕਵਰ ਕੀਤੀਆਂ। ਉਹ ਵੀਡੀਓ ਵੀ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਨਿਖਿਲ ਗੁਪਤੇ ਉੱਪਰ ਐਕਚੁਅਲੀ ਇਹ ਡਰੱਗ ਦਾ ਵਪਾਰੀ ਹੈ, ਸਮਗਲਰ ਹੈ, ਅਤੇ ਹੋਰ ਵੀ ਕਈ ਤਰ੍ਹਾਂ ਦੇ ਧੰਦੇ ਕਰਦਾ ਹੈ, ਔਰ ਇਸ ਉੱਪਰ ਗੁਜਰਾਤ ਵਿੱਚ ਕਈ ਕੇਸ ਡਰੱਗ ਨਾਲ ਸੰਬੰਧਿਤ ਅਤੇ ਅੰਡਰਗਰਾਊਂਡ ਵਰਲਡ ਨਾਲ ਸੰਬੰਧਿਤ ਇਹਦੀਆਂ ਗਤੀਵਿਧੀਆਂ ਦੇ ਇਹਦੇ ਅਗੇਂਸਟ ਰਜਿਸਟਰ ਹਨ। ਸੋ ਭਾਰਤ ਦੀਆਂ ਏਜੰਸੀਆਂ ਨੇ ਜੋ ਦੋਸ਼ ਹੈ ਇਸ ਨੂੰ ਇਸ ਕਰਕੇ ਚੁਣਿਆ ਇਸ ਗੁਰਪਤਵੰਤ ਸਿੰਘ ਪੰਨੂ ਦੀ ਕਤਲ ਨੂੰ ਅੰਜਾਮ ਦੇਣ ਲਈ, ਕਿਉਂਕਿ ਉਹਦੇ ਉੱਤੇ ਜੋ ਗੁਜਰਾਤ ਵਿੱਚ ਕੇਸ ਦਰਜ ਹਨ ਉਹਨਾਂ ਵਿੱਚੋਂ ਇਹ ਚਾਹੁੰਦਾ ਸੀ ਕਿ ਇਹ ਕੇਸ ਖਾਰਜ ਕਰ ਦਿੱਤੇ ਜਾਣ ਤਾਂ ਜੋ ਮੁੜ ਇੰਡੀਆ 'ਚ ਆ ਸਕੇ ਅਤੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਪਰ ਉਸ ਨੂੰ ਨਹੀਂ ਸੀ ਪਤਾ ਕਿ ਇਸ ਤੋਂ ਪਹਿਲੇ ਹੀ ਉਸ ਨੂੰ ਅਰੈਸਟ ਅਮਰੀਕਾ ਕਰ ਲਏਗਾ, ਅਤੇ ਉਹਦੇ ਉੱਤੇ ਲੱਗੇ ਹੋਏ ਚਾਰਜਾਂ ਦੇ ਜੋ ਕੇਸ ਚੱਲਣਗੇ ਅਗਰ ਉਹ ਸਿੱਧ ਹੋ ਗਏ, ਜੋ ਐਵੀਡੈਂਸ ਇਕੱਠਾ ਕੀਤਾ ਅਮਰੀਕਾ ਨੇ, ਤਾਂ ਉਹ ਫਿਰ ਹੁਣ ਸਾਰੀ ਉਮਰ ਜੇਲ੍ਹ 'ਚ ਹੀ ਰਹੇਗਾ। ਨਿਖਿਲ ਗੁਪਤਾ ਇਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿਆਂ। ਮੈਂ ਤੁਹਾਨੂੰ ਇਸ ਮੀਟਿੰਗ ਦੀ ਇੰਪੋਰਟੈਂਸ ਬਾਰੇ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲੇ ਜੋ ਮੀਟਿੰਗਾਂ ਹੁੰਦੀਆਂ ਸੀ ਇੱਦਾਂ ਦੀਆਂ ਮਿਲੀਟੈਂਸੀ ਦੀਆਂ ਜਾਂ ਨਾਰਕੋਟਿਕਸ ਜਾਂ ਸਮਗਲਿੰਗ ਦੀਆਂ, ਉਹਨਾਂ ਮੀਟਿੰਗਾਂ ਦਾ ਜਿਹੜਾ ਸੀਗਾ ਲੈਵਲ ਉਹ ਇਹ ਸੀ ਕਿ ਅਮਰੀਕਾ ਦੇ ਦੂਤਾਵਾਸ ਵਿੱਚ ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਹੇਠਲੇ ਪੱਧਰ ਦੇ ਅਧਿਕਾਰੀ ਹਨ, ਉਹਨਾਂ ਦੀਆਂ ਨਿਯੁਕਤੀਆਂ ਹੁੰਦੀਆਂ ਹਨ। ਉਹ ਦਿੱਲੀ ਵਿੱਚ USA ਦੀ ਅੰਬੈਸੀ ਵਿੱਚ, ਯਾਨੀ ਉਹਨਾਂ ਦੇ ਵਿੱਚ ਉਹਨਾਂ ਦਾ ਆਫਿਸ ਹੈ, ਅਤੇ ਭਾਰਤ ਦੇ ਜਿਹੜੇ ਅਫਸਰ ਹਨ ਉਹ ਆਪੋ 'ਚ ਹੇਠਲੇ ਲੈਵਲ 'ਤੇ ਹੀ ਅਪਰਾਧੀਆਂ ਦੇ ਕੇਸ ਅਤੇ ਆਮੋ ਸਾਹਮਣੇ ਬੈਠ ਕੇ ਉਹ ਉਹਨਾਂ ਦੇ ਉੱਪਰ ਕਾਰਵਾਈ ਦੇ ਫੈਸਲੇ ਕਰ ਲੈਂਦੇ ਸੀ। ਪਰ ਇਹ ਪਹਿਲੀ ਵਾਰੀ ਹੈ ਕਿ ਇਹ ਜਿਹੜੀ ਹੋਏਗੀ ਮੀਟਿੰਗ ਇਹ ਬੜੀ ਹਾਈ ਪੱਧਰ ਦੀ ਹੈ। ਇਸ ਨੂੰ ਭਾਰਤ ਨੇ ਵੀ ਬੜੀ ਸੀਰੀਅਸਲੀ ਲਿਆ। ਜਿਹੜਾ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਸ ਉੱਪਰ ਜੋ ਦੋਸ਼ ਲਾਏ ਜਸਟਿਨ ਟਰੂਡੋ ਨੇ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੇ, ਉਹਨਾਂ ਨੂੰ ਕੋਈ ਭਾਰਤ ਨੇ ਬਹੁਤਾ ਸੀਰੀਅਸਲੀ ਨਹੀਂ ਲਿਆ। ਉਹਨਾਂ ਨੂੰ ਤਾਂ ਐਵੇਂ ਖਿੱਲੀ ਉਡਾ ਕੇ ਇੱਧਰ ਉੱਧਰ ਕਰ ਦਿੱਤਾ, ਅਤੇ ਇਹ ਵੀ ਕਹਿ ਦਿੱਤਾ ਕਿ ਵੀ ਇਹਦੇ ਵਿੱਚ ਕੈਨੇਡਾ ਦਾ ਵੈਸਟਡ ਇੰਟਰਸਟ ਹੈ। ਚਾਹੇ ਉਸ ਬਾਰੇ ਵੀ ਜੋ ਉਹਨਾਂ ਨੂੰ ਸੂਚਨਾ ਦਿੱਤੀ ਸੀ ਕੈਨੇਡਾ ਨੂੰ, ਉਹ ਅਮਰੀਕਾ ਨੇ ਹੀ ਦਿੱਤੀ ਸੀ। ਇਹ ਜੋ ਨਿਖਿਲ ਗੁਪਤੇ ਵਾਲੀ ਸਾਜ਼ਿਸ਼ ਸੀ
ये भी जून च हुई है तो वो कतल भी जून च होया। तो निखिल गुप्ते की कन्वरसेशन विच ये सारा रिकॉर्ड होया कि उसने जो है जिस प्रकार सफाई नाल निज्जर का कतल करन च कामयाबी हासिल की है, उहदे बंदियां ने इसी प्रकार इहदे विच भी वो कामयाबी हासिल करना चाहते सी। अते उहदे विचों ये जिहड़ा कालों सी, कालों भी निखिल गुप्ते दे टारगेट का दूजा USA का सिटीजन हैगा। पर हुण क्योंकि गुप्ता फड़िया जा चुका है, सो ये कतल करन दी साजिश जिहड़ी कॉन्स्पिरेसी सी दिल्ली तो लैके ते अमरीका तक, ये सारी बेनकाब हो चुकी है। इसलिए हुण तां कालों सेफ है। तो होर भी एक दो उन्हां दे टारगेट सीगे, 3 टारगेट दसे जाते, गुप्ते ने ही दसे वो कोई टारगेट USA दी फैडरल एजेंसी दे लाए हुए दोष नहीं, बल्कि निखिल गुप्ता ने वो टारगेटां दे नाम शेयर किए अमरीका दे फैडरल इन्वेस्टिगेशन एजेंसी नाल। और उहदे विच ये रेफरेंस आया कि हरदीप निज्जर का जिहड़ा कतल होया उहदे पिछे भी यानी कि निखिल गुप्ते वालों रची गई साजिश का हिस्सा है। सो इस चर्चा नूं इत्थे खत्म करन तो पहले मैं दसना चाहना कि जिहड़ा मूसेवाला का कतल होया, सिद्धू मूसेवाले का, ਉਹਦੇ भी तुसी इंटरनेशनल जिहड़ी इनवॉल्वमेंट है उस नूं हुण बेनकाब किया जा रहा। ਅਤੇ पहली बारी पता लगा कि ये जिहड़े हथियार सीगे सप्लाई किए सी कालो ने, और भारत सरकार ने कालो के अगेंस्ट बड़ा फूल प्रूफ केस बनाया। उन्होंने इन्वेस्टिगेशन करके इन्हां 2 अपराधियों बारे उन्होंने कई केस रजिस्टर किए हुए हैं। ਅਤੇ ਭਾਰਤ ਦੀ ਮੰਗ ਹੋਏਗੀ कि ਇਹਨਾਂ ਦੋਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਏ। ਇਹ ਕੀ ਫੈਸਲਾ ਹੁੰਦਾ ਹੈ? ਇਹ ਜਿਹੜੀਆਂ 2 ਮੀਟਿੰਗਾਂ ਹੋਣੀਆਂ 11-12 ਤੋਂ ਜਾ ਕੇ ਰਹਿਣਗੀਆਂ, ਗੁਪਤ ਰਹਿਣਗੀਆਂ, ਪਰ ਇਹਨਾਂ ਬਾਰੇ ਕੁਝ ਨਾ ਕੁਝ ਥੋੜ੍ਹੇ ਸਮੇਂ ਤੋਂ ਬਾਅਦ ਜੋ ਹੈ ਲੀਕ ਹੋਏਗਾ। ਜਿਵੇਂ ਕਿ ਫਾਈਨੈਂਸ਼ੀਅਲ ਟਾਈਮ ਲੰਡਨ ਨੇ ਇਹ ਸਾਰੀ ਜਿਹੜੀ ਸਾਜ਼ਿਸ਼ ਸੀਗੀ ਇਸ ਨੂੰ फैडरल ब्यूरो ऑफ इन्वेस्टिगेशन के सूत्रां राही एकत्रित करके जनतक किया। इस नाल भारत नूं कुछ कंबनी भी आई है। अगों देखते हैं की हुंदा है। इत्थे मैं इस चर्चा नूं समाप्त करदा। उम्मीद करदा कि तुहानूं ये पसंद आएगी। इस नूं मैं समाप्त करन तो पहले आप जी नूं एक गुजारिश करदा, जेकर तुसीं इस चैनल नूं सबसक्राइब नहीं कीता तां इस नूं सबसक्राइब करो, लाइक करो, ਅਤੇ फेसबुक उत्ते भी इसनूं लाइक करो ਅਤੇ फॉलो करो। इसनूं अपने मित्रां संबंधियां नाल ਵੱਧ ਤੋਂ ਵੱਧ ਸਾਂਝਾ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਜੇ ਲੋਕਾਂ ਨੂੰ ਜੋ ਆਜ਼ਾਦ ਪੱਤਰਕਾਰੀ ਉਹਦੀ ਚੰਗੀ ਵੰਨਗੀ ਦੇਖਣ ਦਾ ਜੋ ਹੈ ਉਹ ਨਮੂਨਾ ਮਿਲੇ। ਧੰਨਵਾਦ। ਸਤਿ ਸ੍ਰੀ ਅਕਾਲ।